ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਆਪਣੇ ਵੀਰਾਂ ਨੂੰ ਪਤਾ ਕਿ ਆਪਾਂ ETF ਦੇ ਉੱਤੇ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿੰਦੇ 'ਚ ਆਪਾਂ 3 ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਪਹਿਲੀ ਵੀਡੀਓ ETF ਕੀ ਹੁੰਦਾ ਹੈ, ਦੂਸਰੀ ਵੀਡੀਓ ETF ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਤੀਸਰੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ETF ਤੇ ਮਿਊਚੁਅਲ ਫੰਡ 'ਚ ਕੀ ਡਿਫਰੈਂਸ ਹੁੰਦਾ ਹੈ। ਹੁਣ ਜਿਹੜੀਆਂ ਆਪਾਂ 3 ਵੀਡੀਓਜ਼ ਅਪਲੋਡ ਕੀਤੀਆਂ ਸੀ ਇਹਦੇ ਵਿੱਚ ਕਈ ਵੀਰਾਂ ਦੇ ਸਵਾਲ ਆਏ ਨੇ ਜੋ ਕਿ ਕਾਫੀ ਇੰਪੋਰਟੈਂਟ ਨੇ। ਸੋ ਅੱਜ ਆਪਾਂ ETF ਉੱਤੇ ਚੌਥੀ ਵੀਡੀਓ ਬਣਾ ਰਹੇ ਹਾਂ ਤੇ ਜਿੰਦੇ ਵਿੱਚ ਮੈਂ ਸਾਰੇ ਉਹ ਸਵਾਲਾਂ ਨੂੰ ਕਵਰ ਕਰ ਰਿਹਾ ਬਿਕੋਜ਼ ਜੇ ਆਪਾਂ ਗਾਂ ਵੱਧਦੇ ਗਏ ETF ਦੇ ਵਿੱਚ ਤਾਂ ਸ਼ਾਇਦ ਇਹ ਸਵਾਲ ਮਿਸ ਹੋ ਜਾਣਗੇ। ਸੋ ਇਸ ਵੀਡੀਓ ਵਿੱਚ ਆਪਾਂ ਸਾਰੇ ਸਵਾਲ ਕਵਰ ਕਰਾਂਗੇ ਬਿਕੋਜ਼ ਇਹ ਸਵਾਲ ਸਿਰਫ ਇਹਨਾਂ ਵੀਰਾਂ ਦੇ ਨਹੀਂ, ਸਾਰੇ ਵੀਰਾਂ ਦੇ ਸਵਾਲ ਹੋਣਗੇ ਤੇ ਕਈ ਵੀਰਾਂ ਦੀ ਅੱਜ ਕਲੀਅਰੈਂਸ ਹੋਏਗੀ ਜਿਹੜੀ ETF ਦੇ ਰਿਲੇਟਿਡ ਕਈ ਕੁਇਰੀਜ਼ ਹੁੰਦੀਆਂ। ਸੋ ਅੱਜ ਦੀ ਵੀਡੀਓ ਟੋਟਲੀ ਰਹੇਗੀ ਸਵਾਲ ਜਵਾਬ ਉੱਤੇ ETF ਦੇ ਰਿਲੇਟਿਡ। ਸੋ ਜ਼ਿਆਦਾ ਨਾ ਟਾਈਮ ਲੈਂਦੇ ਹੋਏ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਹੈ ਗੁਰਜੀਤ ਵਾਂਸੀਆਰ ਵੀਰ ਦਾ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਮੈਟ੍ਰਿਕਸ ਦੇ ਵਿੱਚ ਜੋ ਐਕਸਪੈਂਸ ਰੇਸ਼ੀਓ NAV ਟ੍ਰੇਸਿੰਗ ਐਰਰ ਹੈ ਇਹਨਾਂ ਦਾ ਕੀ ਮਤਲਬ ਹੈ ਤੇ ਕਿਸ ਰੇਸ਼ੀਓ ਤੇ ਕਿਹੜਾ ਮੈਟ੍ਰਿਕ ਸਹੀ ਹੈ? ਓਕੇ, ਬ੍ਰਦਰ ਪੁੱਛ ਰਹੇ ਨੇ ਐਕਸਪੈਂਸ ਰੇਸ਼ੀਓ NAV ਤੇ ਟ੍ਰੇਸਿੰਗ ਐਰਰ। ਵੀਰੇ ਐਕਸਪੈਂਸ ਰੇਸ਼ੀਓ ਦਾ ਮਤਲਬ ਹੁੰਦਾ ਹੈ ਜਦੋਂ ਵੀ ਤੁਸੀਂ ਕੋਈ ETF ਬਾਏ ਕਰਦੇ ਹੋ ਨਾ ਉਹਦੇ ਉੱਤੇ ਇੱਕ ਫੀਸ ਲੱਗਦੀ ਹੈ ਜੋ ਕਿ ਈਅਰਲੀ ਫੀਸ ਲੱਗਦੀ ਹੈ, ਠੀਕ ਹੈ, ਤੁਹਾਨੂੰ ਐਨੂਅਲੀ ਦੇਣੀ ਪੈਂਦੀ ਹੈ। ਸੋ ਜਿਹੜੀ ਉਹ ਫੀਸ ਹੈ ਉਹਨੂੰ ਕਿਹਾ ਜਾਂਦਾ ਐਕਸਪੈਂਸ ਰੇਸ਼ੀਓ, ਠੀਕ ਹੈ। ਤੁਸੀਂ ETF ਦੇ ਵਿੱਚ ਇਨਵੈਸਟਮੈਂਟ ਕੀਤੀ ਹੈ, ਹਰ ਸਾਲ ਤੁਹਾਨੂੰ ਉਹਦੇ ਉੱਤੇ ਇੱਕ ਫੀਸ ਦੇਣੀ ਪੈਂਦੀ ਹੈ। ਸੇਮ ਇਹੀ ਫੀਸ ਤੁਹਾਨੂੰ ਮਿਊਚੁਅਲ ਫੰਡ ਵਿੱਚ ਵੀ ਦੇਣੀ ਪੈਂਦੀ ਹੈ। ਹੁਣ ਤੁਸੀਂ ਪੁੱਛਿਆ ਕਿ ਕਿੰਨਾ ਮੈਟ੍ਰਿਕ ਮੈਟਰ ਕਰਦਾ, ਦੇਖੋ ਜਿੰਨਾ ਐਕਸਪੈਂਸ ਰੇਸ਼ੀਓ ਘੱਟ ਤੋਂ ਘੱਟ ਹੋਏਗਾ ਓਨਾ ਹੀ ਤੁਹਾਡੇ ਲਈ ਬਿਹਤਰ ਹੈ ਬਿਕੋਜ਼ ਇਹ ਤਾਂ ਇੱਕ ਤਰ੍ਹਾਂ ਦੀ ਫੀਸ ਹੈ ਨਾ ਜੀ। ਹੁਣ ਫੀਸ ਕਿਹਦੇ ਉੱਤੇ ਜ਼ਿਆਦਾ ਲੱਗਦੀ ਹੈ? ਸਭ ਤੋਂ ਜ਼ਿਆਦਾ ਇਹ ਫੀਸ ਲੱਗਦੀ ਹੈ ਮਿਊਚੁਅਲ ਫੰਡਸ ਉੱਤੇ, ਉਸ ਤੋਂ ਘੱਟ ਲੱਗਦੀ ਹੈ ਇੰਡੈਕਸ ਫੰਡ ਉੱਤੇ, ਉਸ ਤੋਂ ਘੱਟ ਲੱਗਦੀ ਹੈ ETFs ਉੱਤੇ, ਠੀਕ ਹੈ ਜੀ। ਸੋ ਜਿੰਨੀ ਤੁਹਾਨੂੰ ਘੱਟ ਤੋਂ ਘੱਟ ਇਹ ਦਿਖੇਗੀ ਐਕਸਪੈਂਸ ਰੇਸ਼ੀਓ ਉਨੀ ਹੀ ਆਪਣੇ ਲਈ ਬੈਟਰ ਹੈ ਬਿਕੋਜ਼ ਅਸੀਂ ਫੀਸ ਘੱਟ ਦੇਣੀ ਹੈ ਤੇ ਇਨਵੈਸਟਮੈਂਟ ਵਿੱਚ ਫਿਰ ਹੀ ਸਾਨੂੰ ਜ਼ਿਆਦਾ ਪ੍ਰੋਫਿਟ ਨਿਕਲ ਕੇ ਆਉਣਗੇ। ਦੂਸਰਾ ਵੀਰ ਨੇ ਪੁੱਛਿਆ NAV ਕੀ ਹੁੰਦਾ ਹੈ? NAV ਦਾ ਵੀਰੇ ਸਿੰਪਲ ਜਿਹਾ ਮੀਨਿੰਗ ਹੈ ਨੈਟ ਐਸਟ ਵੈਲਿਊ। ਹੁਣ ਦੇਖੋ ਬੜੇ ਵੀਰ ਜਿਹੜੇ ਮਿਊਚੁਅਲ ਫੰਡ ਵਿੱਚ ਇਨਵੈਸਟਮੈਂਟ ਕਰਦੇ ਆ ਉਹਦੇ 'ਚ ਕੀ ਹੁੰਦਾ ਹੈ, ਮਿਊਚੁਅਲ ਫੰਡਸ ਆ ਜੋ ਜਿਹੜੇ ਹੁੰਦੇ ਆ ਉਹ ਡੇਲੀ ਟਰੇਡ ਨਹੀਂ ਹੁੰਦੇਗੇ। ਜਦੋਂ ਮਾਰਕੀਟ ਪ੍ਰੈਜ਼ੈਂਟ ਆਰ ਵਿੱਚ ਚੱਲ ਰਹੀ ਹੁੰਦੀ ਹੈ, ਟਰੇਡਿੰਗ ਟਾਈਮ ਵਿੱਚ ਚੱਲ ਰਹੀ ਹੁੰਦੀ ਹੈ, ਉਦੋਂ ਟਰੇਡ ਨਹੀਂ ਹੁੰਦੇਗੇ। ਜਦੋਂ ਮਾਰਕੀਟ ਦਾ ਟਾਈਮ ਰੁਕ ਜਾਂਦਾ ਹੈ, ਠੀਕ ਹੈ, ਉਸ ਤੋਂ ਬਾਅਦ ਜਿਹੜਾ ਕਹਿ ਲਓ ਕਿ ਇੱਕ ਨੈਟ ਐਸਟ ਵੈਲਿਊ ਕੱਢੀ ਜਾਂਦੀ ਹੈ ਟਰੇਡਿੰਗ ਟਾਈਮ ਤੋਂ ਬਾਅਦ ਤੇ ਉਹ ਮਿਊਚੁਅਲ ਫੰਡ ਦੀ ਇੱਕ ਵੈਲਿਊ ਨਿਕਲਦੀ ਹੈ ਜਿਸ ਵੈਲਿਊ ਤੇ ਆਪਾਂ ਮਿਊਚੁਅਲ ਫੰਡ ਡੇਲੀ ਬਾਏ ਕਰ ਸਕਦੇ ਹਾਂ, ਠੀਕ ਹੈ। ਅਸੀਂ ਉਹਨੂੰ ਜੋ ਮਾਰਕੀਟ ਲਾਈਵ ਚੱਲ ਰਹੀ ਹੈ ਉਸ ਬੇਸ ਤੇ ਮਿਊਚੁਅਲ ਫੰਡ ਨੂੰ ਨਹੀਂ ਬਾਏ ਕੀਤਾ ਜਾਂਦਾ, ਮਿਊਚੁਅਲ ਫੰਡ ਨੂੰ ਹਮੇਸ਼ਾ ਬਾਏ ਕੀਤਾ ਜਾਂਦਾ NAV ਤੇ, ਨੈਟ ਐਸਟ ਵੈਲਿਊ। ਹੁਣ NAV ਦਾ ਇੱਕ ਫਾਰਮੂਲਾ ਹੁੰਦਾ ਹੈ ਜਿਹਦੇ 'ਚ ਟੋਟਲ ਵਰਥ ਆਫ ਐਸਟਸ ਨੂੰ ਉਹਦੇ ਵਿੱਚੋਂ ਟੋਟਲ ਜਿੰਨੀਆਂ ਲਾਇਬਿਲਿਟੀਜ਼ ਹੈ ਮਾਈਨਸ ਕੀਤਾ ਜਾਂਦਾ ਹੈ ਤੇ ਉਹਨੂੰ ਡਿਵਾਈਡ ਕੀਤਾ ਜਾਂਦਾ ਟੋਟਲ ਨੰਬਰ ਆਫ ਯੂਨਿਟਸ ਜਾਂ ਟੋਟਲ ਨੰਬਰ ਆਫ ਸ਼ੇਅਰਸ ਕਹਿ ਸਕਦੇ ਹੋ, ਠੀਕ ਹੈ ਜੀ। ਫਿਰ ਜੋ ਵੈਲਿਊ ਨਿਕਲ ਕੇ ਆਉਂਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਨੈਟ ਐਸਟ ਵੈਲਿਊ ਜਾਂ NAV, ਠੀਕ ਹੈ ਜੀ। ਤੇ ਕੀ ਮੈਟ੍ਰਿਕਸ ਜਿਹੜਾ ਤੁਸੀਂ ਪੁੱਛ ਰਹੇ ਹੋ ਕਿ ਕੀ ਮੈਟਰ ਕਰਦਾ, ਦੇਖੋ ਜਿੰਨਾ ਵੱਧ ਤੋਂ ਵੱਧ ਹੋਏਗਾ NAV ਓਨਾ ਹੀ ਬੈਟਰ ਹੁੰਦਾ, ਬਟ ਇਹ ਇੱਕ ਇਕਲੌਤਾ ਅਜਿਹਾ ਫੈਕਟਰ ਨਹੀਂ ਕਿ ਜਿਹਦੇ ਬੇਸ 'ਤੇ ਤੁਸੀਂ ਇਹਨੂੰ ਬਾਏ ਕਰੋ ਬਿਕੋਜ਼ NAV ਤਾਂ ਇੱਕ ਤਰ੍ਹਾਂ ਦੀ ਕਹਿ ਲਓ ਸਿੰਪਲ ਜੀ ਗੱਲ ਹੈ, ਉਹ ਤਾਂ ਨੈਟ ਐਸਟ ਵੈਲਿਊ ਹੈ, ਠੀਕ ਹੈ। ਡਿਪੈਂਡ ਕਰਦਾ ਕਿ ਮਿਊਚੁਅਲ ਫੰਡ ਕਿੱਦਾਂ ਦਾ ਹੈ, ਉਹਦੇ ਵਿੱਚ ਸਟਾਕ ਕਿੱਦਾਂ ਦੇ ਨੇ, ਉਹ ਗਰੋ ਕਿੱਦਾਂ ਦੇ ਕਰਨਗੇ, ਠੀਕ ਹੈ, ਉਹ ਫਰਦਰ ਮੈਟਰ ਕਰਦਾ। ਸੋ NAV ਤੇ ਤੁਸੀਂ ਕੋਈ ਪਰਫੈਕਟ ਵੈਲਿਊ ਨਹੀਂ ਕੱਢ ਸਕਦੇ, ਘੱਟ ਹੋਣਾ ਚਾਹੀਦਾ, ਵੱਧ ਹੋਣਾ ਚਾਹੀਦਾ, ਸੋ ਇਹ ਜ਼ਿਆਦਾ ਮੈਟਰ ਨਹੀਂ ਕਰਦਾ। ਤੀਸਰੀ ਚੀਜ਼ ਤੁਸੀਂ ਪੁੱਛੀ ਹੈ ਟ੍ਰੇਸਿੰਗ ਐਰਰ ਕੀ ਹੁੰਦਾ ਹੈ? ਟ੍ਰੇਸਿੰਗ ਐਰਰ ਦਾ ਵੀਰੇ ਸਿੰਪਲ ਜਿਹਾ ਮੀਨਿੰਗ ਹੈ ਕਿ ਦੇਖੋ ਕੋਈ ਆਪਾਂ ਜਦੋਂ ਟ੍ਰੇਸਿੰਗ ਐਰਰ ਹਮੇਸ਼ਾ ਕੰਪੈਰੀਜ਼ਨ ਕੀਤਾ ਜਾਂਦਾ ਨਿਫਟੀ 50 ਜਾਂ ਕਿਸੇ ਇੰਡੈਕਸ ਨਾਲ। ਫੋਰ ਐਗਜ਼ਾਮਪਲ ਤੁਹਾਡਾ ਜੋ ਨਿਫਟੀ 50 ਦਾ ਪੈਟਰਨ ਹੈ, ਚਾਰਟ ਪੈਟਰਨ ਜਿੰਨਾ ਤੁਹਾਨੂੰ ਰਿਟਰਨ ਦੇ ਰਿਹਾ, ਅਨਦਰ ਹੈਂਡ ਜੇ ਤੁਸੀਂ ਉਹਦਾ ਕੋਈ ETF ਬਾਈ ਕੀਤਾ ਹੈ ਜਾਂ ਕੋਈ ਤੁਸੀਂ ਮਿਊਚੁਅਲ ਫੰਡ ਬਾਈ ਕੀਤਾ ਹੈ, ਕਿ ਉਹ ਵੀ ਉਹਨਾਂ ਰਿਟਰਨ ਦੇ ਰਿਹਾ ਜਿੰਨਾ ਨਿਫਟੀ 50 ਦੇ ਰਿਹਾ, ਕਿ ਉੱਪਰ ਥੱਲੇ ਜਾ ਰਿਹਾ? ਜਿੰਨਾ ਉਹ ਨਿਫਟੀ 50 ਤੋਂ ਉੱਪਰ ਥੱਲੇ ਜਾਏਗਾ ਜੋ ਅਸਲ ਵਿੱਚ ਇੰਡੈਕਸ ਰਿਟਰਨ ਦੇ ਰਿਹਾ ਓਨਾ ਹੀ ਟ੍ਰੇਸਿੰਗ ਐਰਰ ਵੱਧ ਹੋਏਗਾ। ਜਿੰਨਾ ਉਹ ਨਿਫਟੀ 50 ਦੇ ਬਰਾਬਰ ਰਿਟਰਨ ਦੇਣ ਦੀ ਕੋਸ਼ਿਸ਼ ਕਰੇਗਾ, ਠੀਕ ਹੈ, ਇੰਡੈਕਸ ਦੇ ਬਰਾਬਰ ਰਿਟਰਨ ਦੇਣ ਦੀ ਕੋਸ਼ਿਸ਼ ਕਰੇਗਾ, ਓਨਾ ਹੀ ਉਹ ਟ੍ਰੇਸਿੰਗ ਐਰਰ ਘੱਟ ਹੋਏਗਾ, ਠੀਕ ਹੈ। ਹੁਣ ਟ੍ਰੇਸਿੰਗ ਐਰਰ ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ। ਸਾਨੂੰ ਨਿਫਟੀ 50 ਤੋਂ ਜੇ ਜ਼ਿਆਦਾ ਰਿਟਰਨ ਮਿਲਦਾ ਤਾਂ ਵੀ ਟ੍ਰੇਸਿੰਗ ਐਰਰ ਵੱਧ ਹੋਏਗਾ, ਜੇ ਘੱਟ ਮਿਲਦਾ ਤਾਂ ਵੀ ਟ੍ਰੇਸਿੰਗ ਐਰਰ ਵੱਧ ਹੋਏਗਾ। ਸੋ ਸਾਡਾ ਸਿੰਪਲ ਫੋਕਸ ਹੋਣਾ ਚਾਹੀਦਾ ਹੈ ਕਿ ਅਸੀਂ ਨਿਫਟੀ 50 ਨੂੰ ਬੀਟ ਕਰ ਪਾ ਰਹੇ ਹਾਂ, ਇੰਡੈਕਸ ਨੂੰ ਬੀਟ ਕਰ ਪਾ ਰਹੇ ਹਾਂ ਕਿ ਨਹੀਂ ਕਰ ਪਾ ਰਹੇ, ਕਿ ਉਸ ਤੋਂ ਘੱਟ ਰਿਟਰਨ ਲੈ ਰਹੇ ਹਾਂ। ਸੋ ਉਸ ਬੇਸ 'ਤੇ ਤੁਸੀਂ ਟ੍ਰੇਸਿੰਗ ਐਰਰ ਨੂੰ ਦੇਖ ਸਕਦੇ ਹੋ। ਬੈਟਰ ਹੁੰਦਾ ਕਿ ਟ੍ਰੇਸਿੰਗ ਐਰਰ ਘੱਟ ਤੋਂ ਘੱਟ ਹੋਵੇ, ਮਤਲਬ ਕਿ ਤੁਹਾਡੇ ਇੰਡੈਕਸ ਦੇ ਬਰਾਬਰ ਰਿਟਰਨ ਦੇ ਰਿਹਾ ਤਾਂ ਮੇਰੇ ਖਿਆਲ ਨਹੀਂ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ, ਬਹੁਤ ਵਧੀਆ ਮਿਊਚੁਅਲ ਫੰਡ ਹੈ ਜਾਂ ETF ਹੈਗਾ। ਅਗਲੇ ਕੁਐਸਚਨ 'ਤੇ ਆਈਏ। ਅਗਲਾ ਕੁਐਸਚਨ ਹੈ ਹੈਰੀ ਹਰਵੀਰ ਦਾ। ਬਾਈ ਜੀ ਇੰਡੈਕਸ ਬਾਰੇ ਵੀ ਦੱਸਿਓ, ਉਹਦੇ 'ਚ ਆਪਾਂ ਕਿੱਦਾਂ ਇਨਵੈਸਟ ਕਰ ਸਕਦੇ ਹਾਂ?
ਵੀਰੇ ਇੰਡੈਕਸ 'ਚ ਇਨਵੈਸਟ ਕਰਨਾ ਬਹੁਤ ਸਿੰਪਲ ਜਿਹਾ, ਤੁਸੀਂ ਨਿਫਟੀ 50 ਦੇ ਬੀਜ ਬਾਏ ਕਰ ਸਕਦੇ ਹੋ, ਠੀਕ ਹੈ। ਕਈ ਕੰਪਨੀਜ਼ ਦਿੰਦੀਆਂ, ਤੁਸੀਂ ਸਿੰਪਲ ਕੀ ਕਰਨਾ ਹੈ, ਕਿਸੇ ਵੀ ਬ੍ਰੋਕਰ ਐਪ ਤੇ ਜਾਓ, ਅਪਸਟॉक ਤੇ ਜਾਓ, ਜ਼ੀਰੋਦਾ ਤੇ ਜਾਓ, ਐਂਜਲ ਵਨ ਤੇ ਜਾਓ, ਗਰੋ ਤੇ ਜਾਓ, ਜਿਹੜਾ ਤੁਹਾਨੂੰ ਵਧੀਆ ਲੱਗਦਾ, ਠੀਕ ਹੈ। ਕੋਈ ਵੀ ਇੱਥੇ ਰਿਕਮੈਂਡੇਸ਼ਨ ਨਹੀਂ ਗੀ, ਜਿਹੜਾ ਤੁਹਾਨੂੰ ਸਹੀ ਲੱਗਦਾ ਸਰਚ ਕਰੋ ਉੱਥੇ ਨਿਫਟੀ 50 ETF, ਉੱਥੇ ਤੁਹਾਨੂੰ ਕਈ ETF ਨਿਕਲ ਕੇ ਆ ਜਾਣਗੇ, ਤੁਸੀਂ ਉੱਥੇ ਉਹਨਾਂ ਵਿੱਚ ਇਨਵੈਸਟ ਕਰ ਸਕਦੇ ਹੋ। दूसरा क्वेश्चन अगेन हैरी वीर दा, बाई जी अगर आप ये लैने हो तो प्रॉपर एक ऐप च वीडियो बना के भी दस्सिओ जी। कोई गल नहीं ब्रदर, आप इहदे ते एक स्पैसीफिक वीडियो भी बना लांगे जिथे समझावांगे कि इन्वेस्टमेंट करनी किवें है, किस तरह आप देख सकते हैं, ईजी हो जाएगा शायद अपने वीरां लई। अगले क्वेश्चन ते आने, अगला क्वेश्चन है गुरजीत 1 CR वीर दा। सत श्री अकाल वीर जी, ओके ये आप कवर कर चुके हैं। अगला क्वेश्चन है गुरिंदर सिंह 2853 वीर दा। ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ, ਕਿਸੇ ਹੋਰ ਕੰਟਰੀ ਦੇ ETF ਤੇ ਚਾਰजेस ਤੇ ਟੈਕਸ ਸੇਮ ਲੱਗਦੇ ਨੇ? ਓਕੇ ਵੀਰੇ ਨਹੀਂ, ਟੈਕਸਿਸ ਡਿਫਰੈਂਟ ਹੁੰਦੇ ਆ, ਕਿਉਂਕਿ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਸਟਾਕਸ, ਦੇਖੋ ਸਿੰਪਲ ਜੀ ਗੱਲ, ਅਸੀਂ ਬੈਠੇ ਤਾਂ ਇੰਡੀਆ 'ਚ ਹੈ, ਇੱਥੋਂ ਹੀ ਜੇ ਅਸੀਂ ETF ਵੀ ਬਾਈ ਕਰਦੇ ਹਾਂ, ਜਿਹੜੇ ਉਹ ਸਟਾਕਸ ਨੇ ਹੈ ਤਾਂ ਦੂਸਰੀ ਕੰਟਰੀ ਦੇ ਨਾ, ਸੋ ਜਿਹੜਾ ਟੈਕਸ ਲੱਗੇ ਨਾ ਉਸ ਬੇਸਿਸ ਤੇ ਲੱਗੇਗਾ। ਜ਼ਿਆਦਾਤਰ ਟੈਕਸ ਕਿਵੇਂ ਲੱਗਦਾ ਹੈ, ਜਿਹੜਾ ਸ਼ਾਰਟ ਟਰਮ ਟੈਕਸ ਗਿਣਿਆ ਜਾਂਦਾ, ਜਿੰਨੀਆਂ ਵੀ ਕਹਿ ਲਓ ਕਿ ਫੋਰਨ ਕੰਪਨੀਆਂ ਦੇ ETFs ਹੁੰਦੇ ਆ, ਜੇ ਆਪਾਂ ਇੰਡੀਆ 'ਚ ਬਹਿ ਕੇ ਹੋਰ ਦੇਸ਼ ਦੇ ETFs ਬਾਈ ਕਰ ਰਹੇ ਹਾਂ, ਲਗਭਗ ਨਹੀਂ ਤੇ 3 ਸਾਲ ਤੋਂ ਥੱਲੇ ਜੇ ਆਪਾਂ ਹੋਲਡ ਕਰਦੇ ਹਾਂ ਤਾਂ ਉਹਦੇ 'ਤੇ ਸ਼ਾਰਟ ਟਰਮ ਗੇਨ ਟੈਕਸ ਲੱਗਦਾ, 3 ਸਾਲ ਤੋਂ ਬਾਅਦ ਵਾਲਾ ਲੌਂਗ ਟਰਮ ਗੇਨ ਟੈਕਸ ਲੱਗਦਾ। ਇਹੀ ਜੇ ਅਸੀਂ ਇੰਡੀਆ ਦੇ ETF ਜਾਂ ਇੰਡੀਆ ਦੇ ਸਟਾਕਸ ਨੂੰ ਹੋਲਡ ਕਰਦੇ ਹਾਂ ਤਾਂ ਉੱਥੇ 1 ਸਾਲ ਤੋਂ ਥੱਲੇ ਸ਼ਾਰਟ ਟਰਮ ਗੇਨ ਟੈਕਸ ਮੰਨਿਆ ਜਾਂਦਾ ਅਤੇ ਉਸ ਤੋਂ ਉੱਤੇ ਲੌਂਗ ਟਰਮ ਗੇਨ ਟੈਕਸ ਮੰਨਿਆ ਜਾਂਦਾ। ਕਿੰਨਾ ਟੈਕਸ ਲੱਗਦਾ ਉਹ ਇੱਕ ਵਾਰੀ ਤੁਸੀਂ ਸਰਚ ਕਰ ਲਿਓ, ਤੁਹਾਨੂੰ ਉੱਥੇ ਕਲੈਰੀਫਿਕੇਸ਼ਨ ਮਿਲ ਜੇਗੀ, ਬਟ ਟੈਕਸ ਸੇਮ ਨਹੀਂ ਹੁੰਦੇਗੇ। अगले क्वेश्चन ते आने, अगला क्वेश्चन है सतनाम आर्कीटैक्ट फरीदकोट वीर दा। गुड नॉलेज जी ब्रो, मोमेंटम 30 ETF बारे जरूर दसना। हाँ ब्रदर, एक मोमेंटम 30 ETF बहुत वधिया ETF है। देखो इहदे च की हुंदा है, जिन्नियां निफ्टी 50 दियां 200 निफ्टी 50 नहीं 200 जो निफ्टी दियां टॉप दियां कंपनियां, ठीक है जी, उन्होंने पिक किया जाता, उनदे विचों टॉप दे 30 स्टॉक्स, टॉप दे मतलब इस बेस ते नहीं कि जिहड़े उपर 30 आ रहे हैं, इस तरह पिक नहीं किए जाते, इस तरह पिक किए जाते कि जिन्हां दे विच सब तो ज़्यादा ग्रोथ आ रही है, ठीक है, जिहड़े सब तो ज़्यादा रिटर्न दे रहे हैं, जिहड़े सब तो ज़्यादा प्रोमिसिंग स्टॉक्स हुंदे कि गां भी जाके इन्ना ही रिटर्न दिंदे जाणगे, सब तो ज़्यादा ग्रोथ कंपनीज़ नूं पिक किया जाता है तो उन्हां दे विच पैसा इन्वैसट किया जाता, उन्हां नूं कहा जाता मोमेंटम 30 ETF, ठीक है। सब तो ज़्यादा जिहड़े टॉप 200 कंपनियों चों 30 कंपनी जिहड़ा सब तो ज़्यादा रिटर्न दे रही होंदियां, उस बेसिस इन्हां इन्वैसट किया जाता। हुण एक चीज़ समझो, जिहड़े मोमेंटम 30 ETF है ना, ये हाई ग्रोथ वाली कंपनीज़ ने, ये तुहानूं बहुत सोहने रिटर्न दे के जा सकदियां, ये तुहानूं इंडैक्स नूं काफ़ी हद तक बीट कर सकदियां। बट इत्थे ड्रॉबैक भी ये है कि जिहड़े ये मोमेंटम स्टॉक्स हुंदे आ ना, देखो सिंपल जी गल है, जे कोई चीज़ तुहानूं ज़्यादा ग्रोथ दे रही है उहदे विच रिस्क भी हाई हुंदा है। सो मोमेंटम 30 ETF च तुहानूं थोड़ा जिहा रिस्क भी हाई चलना पएगा, क्योंकि जदों मार्केट बीरिश हुंदी है, मार्केट थल्ले आएगी तो हो सकता कि वॉलीटिलिटी ज़्यादा दिखाउण, ये थल्ले भी ज़्यादा आउण, क्योंकि ये वाले वो स्टॉक्स हुंदे जिहड़े इक्कोदम स्पीड ते तां नूं जांदे आ ते स्पीड ते थल्ले नूं आउण नूं भी ये काल कर सकदे आ जे मार्केट विच कोई बीरिश मोमेंटम आउंदा। सो इस बेस ते रहिंदा मोमेंटम 30 ETF वाला। अगला क्वेश्चन आई हिमांशु बत्रा वीर दा, बहुत सोहनी इंफॉर्मेशन दित्ती वीरे। एक क्वेश्चन है वीरे, ETF ਦੇ ਐਕਸਪੈਂਸਿਸ ਤਾਂ ਜ਼ਰੂਰ ਘੱਟ ਹੈ ਮਿਊਚੁਅਲ ਫੰਡ ਤੋਂ, ਬਟ ਜਿਹੜੇ ਰਿਟਰਨਸ ਹੈ ਉਹ ਐਨੂਅਲੀ ਮਿਊਚੁਅਲ ਫੰਡ ਜ਼ਿਆਦਾ ਦਿੰਦਾ ਹੈ ਜਾਂ ETF ਜ਼ਿਆਦਾ ਦਿੰਦਾ ਹੈ? ਓਕੇ ਬ੍ਰਦਰ, ਇੱਕ ਚੀਜ਼ ਸਮਝਿਓ ਹਿਮਾਂਸ਼ੂ ਵੀਰ, ਕਿ ਰਿਟਰਨ ਹੈ ਨਾ ਜਿਹੜਾ, ਉਹ ਦੋਵਾਂ ਚੋਂ ਕੋਈ ਵੀ ਦੇ ਸਕਦਾ ਜ਼ਿਆਦਾ ਆਪਾਂ ਨੂੰ, ETF ਵੀ ਦੇ ਸਕਦਾ, ਮਿਊਚੁਅਲ ਫੰਡ ਵੀ ਦੇ ਸਕਦਾ। ਮੈਂ ਵੈਸੇ ਵੀਡੀਓ ਵਿੱਚ ਸਮਝਾਇਆ ਸੀਗਾ, ਇਹ ਜਿਹੜੇ ਮਿਊਚੁਅਲ ਫੰਡਸ ਨੇ ਉਹ ਕੀ ਹੁੰਦੇ ਆ, ਉਹਨਾਂ ਨੂੰ ਐਕਟਿਵਲੀ ਟਰੇਡ ਕੀਤਾ ਜਾਂਦਾ, ਜਿਹੜੇ ETFs ਨੇ ਉਹਨਾਂ ਨੂੰ ਪੈਸਿਵਲੀ ਟਰੇਡ ਕੀਤਾ ਜਾਂਦਾ। ਹੁਣ ਐਕਟਿਵਲੀ ਕੀ ਆ, ਉੱਥੇ ਇੱਕ ਕਹਿ ਲਓ ਕਿ ਮੈਨੇਜਮੈਂਟ ਬੈਠੀ ਹੈ ਜੋ ਤੁਹਾਡੇ ਸਟਾਕਸ ਨੂੰ ਬਾਏ ਸੈਲ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਅਸੀਂ ਇੰਡੈਕਸ ਨਾਲੋਂ ਜ਼ਿਆਦਾ ਰਿਟਰਨ ਲੈ ਕੇ ਆਈਏ। ETF 'ਚ ਕੀ ਹੁੰਦਾ, ਤੁਸੀਂ ਪੈਸਿਵ ਸਟਾਕਸ ਵਿੱਚ ਇਨਵੈਸਟ ਕਰ ਰਹੇ ਹੋ, ਜਿੱਥੇ ਕਿ ਕੋਈ ਐਕਟਿਵ ਮੈਨੇਜਮੈਂਟ ਨਹੀਂ ਬੈਠਾ, ਉਹਨਾਂ ਨੂੰ ਵਾਰੀ ਸਿਰ ਸਟਾਕਸ ਨੂੰ ਬਦਲਣ ਦੀ ਲੋੜ ਨਹੀਂ, ਟਰੇਡ ਕਰਨ ਦੀ ਲੋੜ ਨਹੀਂ, ਉਹਨਾਂ ਨੇ ਇੱਕ ਸਿਰਫ ਕਾਪੀ ਕਰਨਾ ਪੈਟਰਨ ਨੂੰ, ਜਿਵੇਂ ਨਿਫਟੀ 50 ਦੇ ਪੈਟਰਨ ਨੂੰ ਕਾਪੀ ਕਰ ਲਿਆ, ਜਾਂ EV ਦੇ ਸੈਕਟਰ ਨੂੰ ਕਾਪੀ ਕਰ ਲਿਆ, ਜਾਂ ਕਿਸੇ ਥੀਮ ਨੂੰ ਕਾਪੀ ਕਰ ਲਿਆ, ਜਾਂ ਕਿਸੇ ਫੋਰਨ ਕੰਪਨੀ ਦੇ ਕਹਿ ਲਓ ਕਿ ਸੈਕਟਰ ਨੂੰ ਕਾਪੀ ਕਰ ਲਿਆ, ਇਸ ਤਰ੍ਹਾਂ ਕਾਪੀ ਕਰਦੇ ਆ, ਠੀਕ ਹੈ। ਹੁਣ ਪੁਆਇੰਟ ਸਮਝਿਓ, ਹੁਣ ਮਿਊਚੁਅਲ ਫੰਡਸ ਹੈ ਉਹ ਕੀ ਹੈ, ਐਕਟਿਵਲੀ ਟਰੇਡ ਹੁੰਦੇ ਆ। ਜੇ ਆਪਾਂ ਇਹਦਾ ਡਾਟਾ ਵੇਖੀਏ ਨਾ, ਡਾਟਾ ਮੈਂ ਸ਼ੇਅਰ ਵੀ ਕੀਤਾ ਸੀਗਾ ਕਿ ਜਿੰਨੇ ਵੀ ਇਕਵਿਟੀ ਦੇ ਰਿਲੇਟਡ ਮਿਊਚੁਅਲ ਫੰਡਸ ਨੇ, ਠੀਕ ਹੈ,
ਉਹ 63% ਇੱਕ ਮਿਊਚੁਅਲ ਫੰਡਸ ਨੇ ਇਕਵਿਟੀ ਨੂੰ ਬੀਟ ਕੀਤਾ, ਇੰਡੈਕਸ ਨੂੰ ਬੀਟ ਕੀਤਾ। ਤੇ ਜਿੰਨੇ ਵੀ ਮਿਡ ਕੈਪ ਵਾਲੇ ਨੇ ਉਹ ਸਿਰਫ ਤੇ ਸਿਰਫ 36% ਮਿਊਚੁਅਲ ਫੰਡਸ ਜਿਹੜੇ ਮਿਡ ਕੈਪ ਵਾਲੇ ਆ ਉਹਨਾਂ ਨੇ ਇੰਡੈਕਸ ਨੂੰ ਬੀਟ ਕੀਤਾ, ਆਪਣੇ ਬੈਂਚਮਾਰਕ ਨੂੰ ਬੀਟ ਕੀਤਾ। ਸੋ ਇਹ ਨਹੀਂ ਹੁੰਦਾਗਾ ਕਿ ਮਿਊਚੁਅਲ ਫੰਡ ਜੇ ਕੋਈ ਬੰਦਾ ਟਰੇਡ ਕਰ ਰਿਹਾ ਉੱਥੇ ज़्यादा दिमाग वाले बंदे बैठे आ शायद वो सानू ज़्यादा रिटर्न लिया देन। देखो एक चीज़ दसदा, वो भी अपने वर्गे इंसान ही ने, वो भी गलतियां कर सकते हैं। ज़्यादातर आप मिड कैप तो स्मॉल कैप च इन्वेस्ट करते हैं तो मिड कैप का रिजल्ट 50% तो भी थले है। 36% सिर्फ म्यूचुअल फंड्स पिछले 3 सालों के अपने बेंचमार्क नूं बीट कर पाए हैं, उवें स्मॉल कैप भी बहुत घट बीट कर पाए हैं। सो ETF च की हुंदा, तुसीं अपना दिमाग ला के पिक करने हैं ਤੇ म्यूचुअल फंड की है अगले का दिमाग है जिहड़ा तुहाडा मैनेजमेंट बैठा वो तुहाडे स्टॉक्स नूं ट्रेड कर रहा। सिंपल जी गल है। ETF च की है असी सैक्टर रोटेशनस अपनी मर्जी नाल कर सकते हैं, असी एक थीम नूं पिक कर सकते हैं। मैनूं लगदा कि 2 साल लई आ सैक्टर बहुत वधिया रैली दूगा, मैं सिंपली उहदा ETF बाय करूँगा, 2 साल लई उहनूं होल्ड करूँगा, मैनूं लगदा कि बस ठीक है इहदा बहुत वधिया रिटर्न दे चुके, मैं उहनूं एग्जिट करूँगा, दूसरे ETF च आ जूँ। इस तरीके नाल तुसीं ETF च भी ज़्यादा रिटर्न कर सकते हो। डिपेंड करदा तुसीं परसन किद्दां दे हो। ठीक है, जे तां तुसीं खुद एक्टिवली ट्रेड करना पसंद करदे हो, मार्केट नूं समझदे हो ਤਾਂ ਈਜ਼ੀਲੀ ETFs ਨਾਲ ਤੁਸੀਂ ਮਿਊਚੁਅਲ ਫੰਡਸ ਨੂੰ ਬੀਟ ਕਰ ਸਕਦੇ ਹੋ। ਬਟ ਜੇ ਤੁਹਾਨੂੰ ਸਟਾਕ ਮਾਰਕੀਟ ਦੀ ਨੌਲੇਜ ਹੈ ਨਹੀਂ, ਜ਼ਿਆਦਾ ਮੱਥਾ ਖਪਾਈ ਨਹੀਂ ਕਰ ਸਕਦੇ, ਚੀਜ਼ਾਂ ਦੇ ਮੈਕਰੋ ਇਸ਼ੂਜ਼ ਨੂੰ ਨਹੀਂ ਸਮਝਦੇ, ਫਿਰ ਤੁਸੀਂ ਸਿੰਪਲੀ ਮਿਊਚੁਅਲ ਫੰਡਸ ਤੇ ਡਿਪੈਂਡ ਹੋ ਜਾਂਦੇ ਹੋ। ਥੋੜੀ ਬਹੁਤ ਫੀਸ ਜ਼ਿਆਦਾ ਦੇਣੀ ਹੈ, ਉਹ ਤੁਹਾਡਾ ਨਾਰਮਲੀ ਜੋ ਤੁਹਾਨੂੰ ਆਪਦੇ ਬੇਸ ਤੇ ਦਿਮਾਗ ਲਾ ਕੇ ਉਹਨਾਂ ਨੇ ਰਿਟਰਨ ਦੇਣੇ ਆ ਤੁਹਾਨੂੰ ਕੱਢ ਕੇ ਦੇ ਦੇਣਗੇ। ਸੋ ਸਿੰਪਲ ਜਿਹਾ ਆਨਸਰ ਹੈ ਵੀਰੇ ਕਿ ਰਿਟਰਨ ਕੋਈ ਵੀ ਜ਼ਿਆਦਾ ਦੇ ਸਕਦਾ ਹੈ। ਮੈਟਰ ਕਰਦਾ ਕਿ ਟ੍ਰੇਡ ਕੌਣ ਕਰ ਰਿਹਾ ਹੈ। ਜੇ ਆਪਦੇ ਦਿਮਾਗ ਨਾਲ ਟ੍ਰੇਡ ਕਰੋਗੇ ਤਾਂ ਸ਼ਾਇਦ ਮੇਰੇ ਖਿਆਲ ਨਹੀਂ ਤਾਂ ਜ਼ਿਆਦਾ ਰਿਟਰਨ ਆ ਜਾਣਗੇ। ਅਗਲਾ ਕੁਐਸਚਨ ਨੀਗਾ ਜਸਵਿੰਦਰ ਸਿੰਘ ਵੀਰ ਜੀ ਇੱਕ ਗੱਲ ਕਹਿੰਦੇ ਨੇ, ਵੀਰ ਜੀ ਮਿਊਚੁਅਲ ਫੰਡ ਵਰਸਸ ETF 19-21 ਦਾ ਫਰਕ ਹੈ ਜੀ। ਹਾਂ ਜਸਵਿੰਦਰ ਸਿੰਘ ਵੀਰ ਦੇਖੋ 19-21 ਦਾ ਫਰਕ ਕਿਸੇ ਲਈ ਸ਼ਾਇਦ ਬਹੁਤ ਘੱਟ ਫਰਕ ਹੋਏਗਾ, ਬਟ ਕਿਸੇ ਲਈ ਬਹੁਤ ਵੱਡਾ ਫਰਕ ਵੀ ਹੁੰਦਾ ਹੈ। ਦੇਖੋ ਮੈਂ ਹੁਣੇ ਜੋ ਹਿਮਾਸ਼ੂ ਵੀਰ ਦੇ ਆਨਸਰ ਦਾ ਰਿਪਲਾਈ ਦਿੱਤਾ, ਕੁਐਸਚਨ ਦਾ ਰਿਪਲਾਈ ਦਿੱਤਾ ਕਿ ਦੇਖੋ ETF ਤੇ ਮਿਊਚੁਅਲ ਫੰਡ ਕੋਈ ਬੰਦੇ ਮੈਨੇਜਮੈਂਟ ਟ੍ਰੇਡ ਕਰ ਰਹੀ ਹੈ, ETF ਅਸੀਂ ਟ੍ਰੇਡ ਕਰ ਰਹੇ ਹਾਂ। ਜੇ ਅਸੀਂ ਆਪਦੇ ਦਿਮਾਗ ਨਾਲ ਟ੍ਰੇਡ ਕਰੀਏ ਨਾ, ਰੀਅਲੀ ਅਸੀਂ 19-21 ਦੇ ਡਿਫਰੈਂਸ ਤੋਂ ਕਿਤੇ ਗਾਂਹ ਨਿਕਲ ਸਕਦੇ ਹਾਂ। ਠੀਕ ਹੈ, ਅਸੀਂ ਜ਼ਿਆਦਾ ਰਿਟਰਨ ਕੱਢ ਸਕਦੇ ਹਾਂ ਜੇ ਸਾਨੂੰ ਪ੍ਰੋਪਰਲੀ ਨੌਲੇਜ ਹੋਵੇ। ਚਲੋ ਆਪਾਂ 19-21 ਦੇ ਫਰਕ ਨੂੰ ਵੀ ਸਮਝਦੇ, ਬੜੇ ਲੋਕ 19-21 ਦੇ ਫਰਕ ਨੂੰ ਨਹੀਂ ਸਮਝਦੇਗੇ। 19-21 ਦਾ ਫਰਕ ਸਟਾਕ ਮਾਰਕੀਟ 'ਚ ਕਿੰਨਾ ਮੈਟਰ ਕਰਦਾ। ਤੁਸੀਂ ਸੋਚੋ, ਮੈਂ ਇੱਥੇ ਤੁਹਾਡੇ 19-21 ਵੈਲਿਊਜ਼ ਨਹੀਂ ਚੱਕਦਾ। ਆਪਾਂ ਓਬਵੀਅਸਲੀ ਸਟਾਕ ਮਾਰਕੀਟ ਚ 2-3 ਸਾਲਾਂ ਲਈ ਤਾਂ ਆਏ ਨਹੀਂ, ਆਪਾਂ ਲੌਂਗ ਟਰਮ ਲਈ ਆਏ ਹੋਵਾਂਗੇ ਜੇ ਸਟਾਕ ਮਾਰਕੀਟ ਬਾਰੇ ਸੋਚੇ ਹਾਂ। ਤੁਸੀਂ ਸੋਚੋ, ਤੁਸੀਂ ਇੱਕ ETF 'ਚ ਇੱਕ ਪਾਸੇ ਮਿਊਚੁਅਲ ਫੰਡ 'ਚ ਐਗਜ਼ਾਮਪਲ ਦੇ ਰੂਪ 'ਚ ਸਮਝਦੇ ਹਾਂ, ਕਿਸੇ ਇੱਕ ਪਾਸੇ ਤੁਸੀਂ ਕੋਈ ਵੀ ਵੈਲਿਊ ਸਮਝ ਲਓ, ਇੱਕ ਪਾਸੇ ਤੁਸੀਂ ਦੋਨੇ ਪਾਸੇ 1-1 ਲੱਖ ਰੁਪਏ ਇਨਵੈਸਟ ਕਰ ਰਹੇ ਹੋ ਅਤੇ ਦੋਵੇਂ ਇੱਕ ਤੁਹਾਨੂੰ 19% ਦਾ ਰਿਟਰਨ ਦੇ ਰਿਹਾ, ਇੱਕ ਤੁਹਾਨੂੰ 21% ਦਾ ਰਿਟਰਨ ਦੇ ਰਿਹਾ। ਹੁਣ 10 ਸਾਲ ਦਾ ਗੈਪ ਦੇਖੋ, 10 ਸਾਲ ਦੇ ਡਿਫਰੈਂਸ ਦੇਖੋ ਤੁਹਾਨੂੰ ਕਿੰਨਾ ਫਰਕ ਨਿਕਲੇਗਾ। ਫਿਰ ਤੁਸੀਂ 20 ਸਾਲ ਦਾ ਦੇਖੋ ਕਿੰਨਾ ਫਰਕ ਨਿਕਲੇਗਾ ਅਤੇ 30 ਸਾਲ ਦਾ ਫਰਕ ਵੇਖੋ ਕਿੰਨਾ ਨਿਕਲੇਗਾ। 19-21% 'ਤੇ ਵੀ ਜੇ ਤੁਸੀਂ ਗਰੋ ਕਰਦੇ ਨਾ, CAGR ਜਿਹੜੀ ਕੰਪਾਊਂਡਡ ਗਰੋਥ ਹੈ ਨਾ, ਉਹ ਬਹੁਤ ਮੇਜਰ ਡਿਫਰੈਂਸ ਲਿਆਉਂਦੀ ਹੈ। ਹੁਣ ਮੈਨੂੰ ਪਤਾ ਨਹੀਂ ਕਿ ਵੈਲਿਊ ਕਿੰਨੀ ਨਿਕਲੀ ਹੋਏਗੀ, ਮੇਰਾ ਦਿਮਾਗ ਇੰਨਾ ਕੰਮ ਕਰਦਾ ਨਹੀਂ ਕਿ ਮੈਂ ਲਾਈਵ ਕੈਲਕੂਲੇਟ ਕਰ ਲਾਂ, ਬਟ ਮੈਂ ਇੱਥੇ ਜ਼ਰੂਰ ਸ਼ੋਅ ਕਰੂੰਗਾ ਕਿ ਜੇ ਤੁਸੀਂ 19% 'ਤੇ ਗਰੋ ਕਰ ਰਹੇ ਹੋ ਤਾਂ ਤੁਹਾਡਾ ਰਿਟਰਨ ਕਿੰਨਾ ਨਿਕਲ ਕੇ ਆਏਗਾ, ਜੇ 21% 'ਤੇ ਗਰੋ ਕਰਦੇ ਹੋ ਤਾਂ ਕਿੰਨਾ ਰਿਟਰਨ ਨਿਕਲ ਕੇ ਆਏਗਾ। ਬਟ ਮੈਂ ਸ਼ਿਓਰਲੀ ਕਹਿਣਾ ਚਾਹੁੰਦਾ 20-30 ਈਅਰ ਟਾਈਮ ਫਰੇਮ 'ਤੇ ਇਹ ਫਰਕ ਬੜਾ ਵੱਡਾ ਨਿਕਲ ਕੇ ਆਉਂਦਾ ਹੈ। ਸੋ ਮੈਟਰ ਕਰਦਾ, ਜੇ ਸਟਾਕ ਮਾਰਕੀਟ 'ਚ ਆਏ ਹੋ ਨਾ ਕੰਪਾਊਂਡਡ ਗਰੋਥ ਲਈ, ਤਾਂ 19-21 ਵੀ ਮੈਟਰ ਕਰਦਾ। ਅਗਲੇ ਕੁਐਸਚਨ 'ਤੇ ਆਉਣੇ, ਇਕਬਾਲ ਸਿੰਘ ਰਮਾਣਾ ਵੀਰ ਜੀ ਸਾਰੇ ਸੈਕਟਰ ਦਾ ਇੱਕ ਬੈਸਟ ETF ਦੱਸ ਦਿਓ ਜੀ। ਵੀਰੇ ਸੈਕਟਰ ਵਾਈਜ਼ ETFs ਨਹੀਂ ਹੁੰਦੇਗੇ, ਸੌਰੀ ਦੱਸਣਾ ਚਾਹੁੰਦਾ ਤੁਹਾਨੂੰ। ETF ਦਾ ਹੁੰਦਾ ਕਿ ਜਾਂ ਤਾਂ ਕਿਸੇ ਸੈਕਟਰ ਦਾ ਹੀ ETF ਹੁੰਦਾ, ਇੱਕ ਸੈਕਟਰ ਦਾ ਇੱਕ ETF ਹੀ ਨਿਕਲੇਗਾ, ਜਾਂ ਕੋਈ ਥੀਮ ਬੇਸ 'ਤੇ ETF ਹੁੰਦਾ, ਜਾਂ ਫੋਰਨ ਕੰਟਰੀਆਂ ਦੇ ਬੇਸ 'ਤੇ ਇੰਟਰਨੈਸ਼ਨਲ ETFs ਹੁੰਦੇ ਆ। ਠੀਕ ਹੈ, ਡੈਪਟ ETFs ਹੁੰਦੇ ਆ, ਕੋਮੋਡਿਟੀ ETFs ਹੁੰਦੇ ਆ, ETFs ਇਸ ਬੇਸ 'ਤੇ ਹੁੰਦੇ, ਬਟ ਸੈਕਟਰ ਦਾ ਕੋਈ ਇੱਕ ETF ਨਹੀਂ ਹੁੰਦਾਗਾ। ਸ਼ਾਇਦ ਤਾਂ ਇੱਕ ਵਾਰੀ ਪ੍ਰੋਪਰਲੀ ਵੀਡੀਓ ਸੁਣੋ, ਤੁਹਾਡਾ ਡਾਊਟ ਕਲੀਅਰ ਹੋਏਗਾ ਉੱਥੇ। ਅਗਲੇ ਕੁਐਸਚਨ 'ਤੇ ਆਉਣੇ, ਸਤਿ ਸ਼੍ਰੀ ਅਕਾਲ ਵੀਰ ਜੀ ਐਪ ਬਾਰੇ ਵੀ ਜਾਣਕਾਰੀ ਦਿਓ ਜੇ ਹੋ ਸਕੇ ਤਾਂ ਐਪ ਤੋਂ ਕੋਈ ETF ਖਰੀਦ ਕਰਕੇ ਵੀ ਦਿਖਾ ਦਿਓ। ਓਕੇ ਮਲਕੀਤ ਸਿੰਘ ਵੀਰ, ਕੋਈ ਗੱਲ ਨਹੀਂ, ਆਪਾਂ ਕਿਸੇ ਦਿਨ ਕੋਈ ETF ਬਾਈ ਕਰ ਲਾਂਗੇ, ਤੁਹਾਨੂੰ ਦਿਖਾ ਦਾਂਗੇ ETF ਕਿਸ ਤਰ੍ਹਾਂ ਖਰੀਦੇ ਜਾਂਦੇ ਆ। ਐਪ ਬਾਰੇ ਪ੍ਰੋਪਰਲੀ ਇੱਕ ਵੀਡੀਓ ਬਣਾ ਦਾਂਗੇ, ਇਸੇ ETF ਸੀਰੀਜ਼ 'ਚ ਆਪਾਂ ਕਵਰ ਕਰ ਲਾਂਗੇ। ਅਗਲਾ ਕੁਐਸਚਨ ਹੈ ਭੁਪਿੰਦਰ ਕੌਰ ਦਾ।
ਭੁਪਿੰਦਰ ਕੌਰ ਪੁੱਛਦੇ ਨੇ, ਵੀਰ ਜੀ ਮੇਰੇ ਕੋਲ ITBs CPSE NETF 'ਚ ਇਨਵੈਸਟਮੈਂਟ ਹੈ, ਕੀ ਇਹ ਠੀਕ ਹੈ ਜਾਂ ਕੋਈ ਕਰੈਕਸ਼ਨ ਦੀ ਜ਼ਰੂਰਤ ਹੈ? ਓਕੇ ਸਿਸਟਰ, ਇੱਕ ਚੀਜ਼ ਸਮਝਿਓ ਭੁਪਿੰਦਰ ਕੌਰ ਜੀ, ਮੈਂ ਕੋਈ ਰਿਕਮੈਂਡੇਸ਼ਨ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਂ ਸੈਬੀ ਰਜਿਸਟਰਡ ਪਰਸਨ ਨਹੀਂ। ਮੈਂ ਸਿਰਫ ਤੁਹਾਨੂੰ ਐਜੂਕੇਟ ਕਰ ਸਕਦਾ, ਡਿਸੀਜ਼ਨ ਲੈਣਾ ਤੁਹਾਡਾ ਆਪਣਾ ਰਾਏ ਰਹੇਗੀ। ਮੈਂ ਸਿਰਫ ਆਪਣਾ ਨਜ਼ਰੀਆ ਪੇਸ਼ ਕਰ ਦਿੰਦਾ ਇਹਦੇ ਤੇ। ITB ਸਿੰਪਲ ਜੀ ਗੱਲ ਹੈ, ITBs ਜੇ ਤੁਸੀਂ ਬਾਈ ਕਰ ਰਹੇ ਹੋ ਤਾਂ ਮਤਲਬ ਕਿ ਤੁਸੀਂ ਇੰਡੀਆ ਦਾ ਜਿਹੜਾ IT ਸੈਕਟਰ ਹੈ ਤੁਸੀਂ ਉਹਦੇ 'ਤੇ ਬੈਟ ਲੈ ਰਹੇ ਹੋ ਕਿ ਜਿਹੜਾ ਇੰਡੀਆ ਦਾ IT ਸੈਕਟਰ ਆ ਫਿਊਚਰ ਵਿੱਚ ਗਰੋ ਕਰੇਗਾ ਹੀ ਕਰੇਗਾ। ਤੇ ਜੇ ਤੁਸੀਂ IT ਸੈਕਟਰ 'ਚ ਹੈਗੇ ਹੋ, ਮੈਨੂੰ ਲੱਗਦਾ ਕਿ IT ਸੈਕਟਰ ਇੰਨਾ ਮਾੜਾ ਨਹੀਂ। ਲੌਂਗ ਟਰਮ ਵਿੱਚ ਜੇ ਤੁਸੀਂ ਇਨਵੈਸਟਮੈਂਟ ਕੀਤੀ ਹੈ, ਲੌਂਗ ਟਰਮ ਲਈ ITBs ਨੂੰ ਹੋਲਡ ਕਰਨਾ ਚਾਹੁੰਦੇ ਹੋ, ਰੀਅਲੀ ਤੁਹਾਨੂੰ ਗਰੋਥ ਦੇ ਕੇ ਜਾਏਗਾ, ਤੁਹਾਡਾ ਪੈਸਾ ਇੱਥੇ ਡੁੱਬਣ ਵਾਲਾ ਨਹੀਂਗਾ, ਸਿੰਪਲ ਜੀ ਗੱਲ ਹੈ। ਬਟ ITBs ਦੇ ਨਾਲੋਂ ਜੇ ਤੁਸੀਂ ਨਾਸਡਾਕ ਦਾ ETF ਚੱਕਦੇ ਹੋ, ਮੇਰੇ ਖਿਆਲ ਨਹੀਂ, ਮੇਰੀ ਥਿੰਕਿੰਗ ਹੈ, ਸ਼ਾਇਦ ਮੈਂ ਗਲਤ ਵੀ ਹੋਵਾਂ, ਉਹ ਜ਼ਿਆਦਾ ਬੈਟਰ ਰਿਟਰਨ ਦੇ ਸਕਦਾ ਕਿਉਂਕਿ IT ਕੀ ਹੈ, ਟੈਕਨੋਲੋਜੀ ਦਾ ਸੈਕਟਰ, ਠੀਕ ਹੈ। ਅਤੇ ਮੈਂ ਕਹਿੰਦਾ ਕਿ ਜਿਹੜੀ ਟੈਕਨੋਲੋਜੀ ਹੈ ਨਾ USA ਦੀ ਇੰਡੀਆ ਨਾਲੋਂ ਕਿਤੇ ਅੱਗੇ ਆ। ਹੁਣ IT ਸੈਕਟਰ 'ਚ ਕਿਹੜੇ ਇੰਡੀਆ ਦੇ ਸਟਾਕਸ ਨੇ? ਵਿਪਰੋ ਆ ਗਿਆ, HCL ਟੈਕਨੋਲੋਜੀ ਆ ਗਿਆ, TCS ਆ ਗਿਆ, ਇਹ ਆ ਗਈਆਂ ਕੰਪਨੀਆਂ ਹੈ ਨਾ। ਬਟ ਜੇ ਆਪਾਂ ਨਾਸਡੈਕ ਵਾਲੇ ਪਾਸੇ ਜਾਈਏ, ਐਪਲ ਆ ਗਿਆ, ਐਮਾਜ਼ੋਨ ਆ ਗਿਆ, ਟੈਸਲਾ ਆ ਗਿਆ, YouTube ਆ ਗਿਆ, ਫੇਸਬੁੱਕ ਆ ਗਿਆ, ਜਿੰਨੀਆਂ ਵੀ ਕੰਪਨੀਆਂ ਟੌਪ ਦੀਆਂ ਕੰਪਨੀਜ਼ ਨੇ। ਔਨ ਅਦਰ ਹੈਂਡ ਮੈਂ ਚਾਈਨਾ 'ਤੇ ਵੀ ਬੈਟ ਲੈਣੀ ਪਸੰਦ ਕਰੂੰਗਾ ਕਿਉਂਕਿ ਚਾਈਨਾ ਟੈਕਨੋਲੋਜੀ 'ਚ ਆਪਣੇ ਤੋਂ ਕਿਤੇ ਅੱਗੇ ਹੈ, 100 ਸਾਲ ਅੱਗੇ ਹੋਏਗਾ। ਸੋ ਤੁਸੀਂ ਉੱਧਰ ਬਾਰੇ ਵੀ ਸੋਚ ਸਕਦੇ ਹੋ। ਜੇ IT ਸੈਕਟਰ ਵਿੱਚ ਦੇਖੋ, ਇੰਡੀਆ ਦਾ ਵੀ ਮਾੜਾ ਨਹੀਂ, ਜੇ IT ਸੈਕਟਰ USA ਦਾ ਤਾਂ ਜਾਂਦਾ ਨਾ, ਓਬਵੀਅਸਲੀ ਇੰਡੀਆ ਦਾ IT ਸੈਕਟਰ ਵੀ ਉੱਪਰ ਜਾਏਗਾ ਹੀ ਜਾਏਗਾ। ਦੂਸਰਾ ਤੁਸੀਂ ਪੁੱਛ ਰਹੇ ਹੋ CPSE ਦੇਖੋ, ਇਹ ਪਬਲਿਕ ਸੈਕਟਰ ਆ ਗਿਆ। ਪਬਲਿਕ ਸੈਕਟਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ, ਬਹੁਤ ਸੋਹਣੀ ਰੈਲੀ ਦੇ ਚੁੱਕਿਆ ਹੈ। ਬਟ ਮੈਂ ਤੁਹਾਡੀ ਜਗ੍ਹਾ 'ਤੇ ਹੁੰਦਾ, ਮੈਂ ਫਿਊਚਰਲੀ ਪਬਲਿਕ ਸੈਕਟਰ 'ਤੇ ਕਦੇ ਵੀ ਬੈਟ ਨਹੀਂ ਲੈਂਦਾ ਬਿਕੋਜ਼ ਪਬਲਿਕ ਸੈਕਟਰ ਪ੍ਰੈਜ਼ੈਂਟ ਟਾਈਮ ਓਵਰ ਵੈਲਿਊਡ ਹੋ ਚੁੱਕਿਆ ਹੈ, ਠੀਕ ਹੈ। ਅਤੇ ਹੋ ਸਕਦਾ ਕਿ ਤੁਹਾਨੂੰ ਕਈ ਸਾਲਾਂ ਲਈ ਇਹ ਸਟੱਕ ਕਰਾ ਸਕਦਾ, ਪ੍ਰਾਈਸ ਕਰੈਕਸ਼ਨ ਵੀ ਦਿਖਾ ਸਕਦਾ, ਟਾਈਮ ਕਰੈਕਸ਼ਨ ਵੀ ਦਿਖਾ ਸਕਦਾ। ਜੇ ਤੁਸੀਂ ਇਹਨੂੰ ਪਹਿਲਾਂ ਤਾਂ ਬਾਏ ਕੀਤਾ ਹੋਇਆ ਤਾਂ ਤੁਹਾਨੂੰ ਬਹੁਤ ਸੋਹਣਾ ਪ੍ਰੋਫਿਟ ਦੇ ਚੁੱਕਿਆ ਹੋਏਗਾ ਕਿਉਂਕਿ ਪਬਲਿਕ ਸੈਕਟਰ ਨੇ ਪਿਛਲੇ 1-2 ਸਾਲਾਂ ਦੇ ਵਿੱਚ ਬਹੁਤ ਸੋਹਣੀ ਰੈਲੀ ਦਿੱਤੀ ਹੈ। ਬਟ ਇਸ ਤੋਂ ਜ਼ਿਆਦਾ ਮੈਨੂੰ ਹੋਲਡ, ਤੁਹਾਡੀ ਜਗ੍ਹਾ 'ਤੇ ਹੁੰਦਾ, ਹੋਲਡ ਕਰਨਾ ਬਿਲਕੁਲ ਵੀ ਪਸੰਦ ਨਹੀਂ ਕਰਦਾ। ਤੀਸਰੀ ਚੀਜ਼ ਤੁਸੀਂ ਪੁੱਛ ਰਹੇ ਹੋ NETF ਤਾਂ ਸਿੰਪਲ ਜੀ ਗੱਲ ਹੈ ਨਾ, ਤੁਸੀਂ ਕੋਈ ਇੰਡੈਕਸ ਦੇ ਫੰਡ ਦੇ ਰਿਲੇਟਡ ਸ਼ਾਇਦ ਪੁੱਛ ਰਹੇ ਹੋ ਜਾਂ ਮੈਨੂੰ ਪਤਾ ਨਹੀਂਗਾ, ਨਾਈਪੋਨ ਦਾ ETF ਹੋਏਗਾ। ਸਿੰਪਲ ਜੇ ਤੁਸੀਂ ਕੋਈ ਵੀ ਇੰਡੈਕਸ ਫੰਡ ਚੱਕ ਰਹੇ ਹੋ, ਇੰਡੀਆ ਦਾ ਨਿਫਟੀ 20 ਚੱਕ ਰਹੇ ਹੋ ਤਾਂ ਓਬਵੀਅਸਲੀ ਗੁੱਡ ਹੈ, ਉਹਦੇ ਵਿੱਚ ਤਾਂ ਤੁਹਾਨੂੰ ਸੋਚਣ ਦੀ ਲੋੜ ਨਹੀਂ। 12 ਤੋਂ 15% ਦਾ ਰਿਟਰਨ ਤੁਸੀਂ ਐਕਸਪੈਕਟ ਕਰ ਹੀ ਸਕਦੇ ਹੋ ਲੌਂਗ ਟਰਮ ਬੇਸਿਸ 'ਤੇ। ਅਗਲਾ ਕੁਐਸਚਨ ਆਈ ਬਲਜਿੰਦਰ ਸਿੰਘ, ਕੁਐਸਚਨ ਨਹੀਂਗਾ, ਸ਼ਾਇਦ ਵੀਰ ਜੀ ਨੇ ਬਹੁਤ ਸੋਹਣਾ ਕਮੈਂਟ ਕੀਤਾ ਤਾਂ ਪਿਕ ਕਰ ਰਿਹਾ। ਵਾਹਿਗੁਰੂ ਜੀ ਕੋਟ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਤੁਹਾਡੇ ਨਾਲ ਸੋਸ਼ਲ ਮੀਡੀਏ ਜ਼ਰੀਏ ਮੁਲਾਕਾਤ ਕਰਵਾਈ। ਸਤਿ ਸ਼੍ਰੀ ਅਕਾਲ ਵੀਰ ਜੀ, ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ, ਅਸੀਂ ਵੀ ਚਾਨਣਾ ਦੇਖ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਵੀਰ ਜੀ। ਇਹੋ ਜਿਹੇ ਬੜੇ ਸੋਹਣੇ ਐਪਰੀਸ਼ੀਏਟਿੰਗ ਕਮੈਂਟ ਆਏ ਆ, ਮੈਂ ਸ਼ਾਇਦ ਸਾਰਿਆਂ ਦੇ ਕਮੈਂਟ ਨਹੀਂ ਪਿਕ ਕਰ ਸਕਦਾ ਕਿਉਂਕਿ ਇੰਨਾ ਟਾਈਮ ਹੈ ਨਹੀਂ, ਵੀਡੀਓ ਦੀ ਲੈਂਥ ਬਹੁਤ ਵੱਧ ਜਾਂਦੀ। ਸਾਰੇ ਵੀਰਾਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਵੀ ਬਹੁਤ ਸੋਹਣੇ ਕਮੈਂਟ ਕੀਤੇ ਆ। 1-2 ਕੁਐਸਚਨ ਜੇ ਹੋ ਰਹਿ ਗਿਆ, ਲਾਸਟ ਕੁਐਸਚਨ ਇੱਕ ਰਹਿ ਗਿਆ, ਉਹ ਕਵਰ ਕਰ ਲਈਏ। ਜਸਬੀਰ ਸਿੰਘ ਵੀਰ ਦਾ, ਵੀਰ ਜੀ ਬੈਂਕ ਬੀਜ਼ ETF ਹੋਲਡ, ਅਵਤਾਰ ਰਾਈਟ ਹੈ ਸਰ, ਅਵਰਾਜ ਓਕੇ ਸ਼ਾਇਦ ਮੇ ਵੀ ਕੁਛ ਵੀਰੇ ਬੈਂਕ ਬੀਜ਼ ਬਾਰੇ ਪੁੱਛ ਰਹੇ ਹੋ ਤੁਸੀਂ। ਮੇਰੇ ਖਿਆਲ ਨਹੀਂ ਤਾਂ ਬੈਂਕਿੰਗ ਸੈਕਟਰ 'ਤੇ ਮੈਂ ਖੁਦ ਵੀ ਪੋਜ਼ਿਟਿਵ ਹੈ। ਜਿੰਨੇ ਵੀ ਪ੍ਰਾਈਵੇਟ ਬੈਂਕਸ ਨੇ ਹਜੇ ਤੱਕ ਉਹਨਾਂ ਨੇ ਖਾਸ ਰੈਲੀ ਨਹੀਂ ਦਿੱਤੀ, ਪਿਛਲੇ 3-4 ਸਾਲ ਤੋਂ ਕੰਸੋਲੀਡੇਸ਼ਨ ਫੇਸ ਵਿੱਚ ਨੇ। ਸੋ ਜੇ ਤੁਸੀਂ ਉਹਦੇ 'ਤੇ ਬੈਟ ਲਾ ਰਹੇ ਹੋ, ਅਗਲੇ 2-3 ਸਾਲ ਲਈ ਸੋਚ ਕੇ ਚੱਲ ਰਹੇ ਹੋ ਤਾਂ ਮੇਰੇ ਖਿਆਲ ਨਹੀਂ ਤਾਂ ਬੈਂਕ ਬੀਜ਼ ਸਾਨੂੰ ਬਹੁਤ ਸੋਹਣਾ ਰਿਟਰਨ ਦੇ ਕੇ ਜਾ ਸਕਦਾ ਹੈ ਕਿਉਂਕਿ HDFC ਬੈਂਕ, ਕੋਟਕ ਮਹਿੰਦਰਾ ਬੈਂਕ, ਬੰਧਨ ਬੈਂਕ, ਜਿੰਨੇ ਵੀ ਟੌਪ ਦੇ ਬੈਂਕ ਹੈ ਹਜੇ ਤੱਕ ਉਹਨਾਂ ਨੇ ਖਾਸ ਰਿਟਰਨ ਨਹੀਂ ਦਿੱਤੇ ਗਏ, ਬੈਠੇ ਨੇ ਪ੍ਰਾਈਵੇਟ ਬੈਂਕਸ ਖਾਸ ਕਰਕੇ। ਸੋ ਅਗਲੇ 2-3 ਸਾਲ ਦਾ ਟਾਈਮ ਪੀਰੀਅਡ ਸੋਚਿਆ ਤਾਂ ਸਾਨੂੰ ਗੁੱਡ ਰਿਟਰਨ ਦੇ ਕੇ ਜਾ ਸਕਦੇ ਨੇ। ਸੋ ਮੇਰੇ ਖਿਆਲ ਨਹੀਂ ਤਾਂ ਕੁਐਸਚਨ ਜਿੰਨੇ ਵੀਰਾਂ ਨੇ ਕੀਤੇ ਆ ਮੈਂ ਲਗਭਗ ਸਾਰੇ ਕਵਰ ਕੀਤੇ ਆ। ਫਿਰ ਵੀ ਜੇ ਕਿਸੇ ਵੀਰ ਦਾ ਹੋਰ ਕੋਈ ਕੁਐਸਚਨ ਹੁੰਦਾ ਥੱਲੇ ਕਰ ਸਕਦੇ ਆ, ਆਪਾਂ ਆਉਣ ਵਾਲੀਆਂ ETF ਵਾਲੀਆਂ ਵੀਡੀਓਜ਼ 'ਚ ਕਵਰ ਕਰ ਲਾਂਗੇ। ETF ਦਾ ਕੋਰਸ ਆਪਣਾ ਘੱਟੋ ਘੱਟ 10-15 ਵੀਡੀਓਜ਼ ਦਾ ਸ਼ਾਇਦ ਜਾ ਸਕਦਾ। ਕੋਸ਼ਿਸ਼ ਕਰਾਂਗਾ ਕਿ ਆਪਣੇ ਵੀਰਾਂ ਨੂੰ ਪ੍ਰੋਪਰਲੀ ETF ਦੇ ਰਿਲੇਟਡ ਐਜੂਕੇਟ ਕਰ ਸਕਾਂ। ਮੈਂ ਚਾਹੁੰਦਾ ਕਿ ਆਪਣਾ ਪੰਜਾਬ ਟੋਟਲੀ ਐਜੂਕੇਟ ਹੋਵੇ ਸਟਾਕ ਮਾਰਕੀਟ ਦੇ ਰਿਲੇਟਡ, ਚਾਹੇ ETF ਹੈ, ਮਿਊਚੁਅਲ ਫੰਡ ਹੈ, ਸਟਾਕਸ ਨੇ, ਕਿਸੇ ਵੀ ਸੈਕਟਰ ਤੋਂ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ। ਪਹਿਲੀ ਇਨਵੈਸਟਮੈਂਟ ਨੌਲੇਜ ਕਰੋ, ਪੈਸਾ ਆਪੇ ਬਣ ਜਾਣਾ। ਸੋ ਲਾਸਟ ਤੇ ਸਾਰੇ ਵੀਰਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।